ਦੈਨ ਜਸਟ ਇੱਕ ਸਟੈਪ ਪਿੱਛੇ ਹਟ ਜਾਵਾਂਗੇ ਆਪਾਂ। ਇੱਕ ਸਟੈਪ ਪਿੱਛੇ ਤੁਸੀਂ ਆਪਣੀ ਜੋ ਤੁਹਾਡਾ ਸੁਪਨਾ ਸੀ, ਜੋ ਤੁਸੀਂ ਪੜ੍ਹਾਈ ਸ਼ੁਰੂ ਕੀਤੀ, ਸਕੂਲਾਂ ਦੇ ਵਿੱਚ ਪੜ੍ਹੇ, ਕਾਲਜਾਂ ਦੇ ਵਿੱਚ ਗਏ, ਜਸਟ ਇੱਕ ਸਟੈਪ ਪਿੱਛੇ ਹੋ, ਇੱਕ ਪੇਪਰ ਕਲੀਅਰ ਕਰਨਾ ਹੈ। ਉਸ ਦੇ ਲਈ ਕੀ ਤੁਸੀਂ 2 ਮੰਥ ਵੀ ਨਹੀਂ ਦੇ ਸਕਦੇ ਆਪਣੇ ਆਪ ਨੂੰ? ਇਹ 2 ਮੰਥ ਜੇ ਹੁਣ ਤੁਸੀਂ ਪੜ੍ਹ ਲਿਆ, ਜੇ ਹੁਣ ਤੁਸੀਂ ਆਪਣੀ ਪ੍ਰੈਪਰੇਸ਼ਨ ਸਹੀ ਤਰੀਕੇ ਨਾਲ ਕਰ ਲਈ, ਆਪਣੇ ਖੁਦ ਨੂੰ ਖੁਦ ਮੋਟੀਵੇਟ ਕਰ ਲਿਆ, ਦੈਨ ਆਉਣ ਵਾਲਾ ਸਮਾਂ ਤੁਹਾਡੇ ਆਪਣੀ ਚੋਇਸ ਦਾ ਹੋਏਗਾ। ਹੈਲੋ ਦੋਸਤੋ, ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਇਸ YouTube ਚੈਨਲ ਜਿਸ ਦਾ ਨਾਮ ਹੈ ਜੀ ਸਟੱਡੀ ਇਨਸਾਈਡ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਮਾਸਟਰ ਕੇਡਰ ਦਾ ਐਗਜ਼ਾਮ ਬਹੁਤ ਹੀ ਨਜ਼ਦੀਕ ਆ ਚੁੱਕਿਆ। ਆਈ ਹੋਪ ਤੁਸੀਂ ਪ੍ਰੈਪਰੇਸ਼ਨ ਸ਼ੁਰੂ ਕਰ ਦਿੱਤੀ ਹੋਵੇਗੀ। ਨਹੀਂ ਕੀਤੀ ਦੈਨ ਇਹ ਵੀਡੀਓ ਨੂੰ ਜ਼ਰੂਰ ਦੇਖੋ। ਬਹੁਤ ਸਾਰੇ ਕੈਂਡੀਡੇਟ ਕਹਿੰਦੇ ਕਿ ਸਰ ਸਾਨੂੰ ਡਰ ਲੱਗਦਾ ਹੈ, ਜਿਵੇਂ ਜਿਵੇਂ ਮਾਸਟਰ ਕੇਡਰ ਨਜ਼ਦੀਕ ਆ ਰਿਹਾ ਹੈ ਇਸ ਦੀ ਟੈਨਸ਼ਨ ਵੱਧਦੀ ਜਾ ਰਹੀ ਹੈ, ਪ੍ਰੈਪਰੇਸ਼ਨ ਨਹੀਂ ਵਧੀਆ ਹੋ ਰਹੀ, ਸਾਡੇ ਕੋਲ ਸਿਲੇਬਸ ਦੇ ਅਕੋਰਡਿੰਗ ਅਸੀਂ ਨਹੀਂ ਪੜ੍ਹ ਰਹੇ, ਜਾਂ ਸਾਨੂੰ ਟਾਈਮ ਨਹੀਂ ਪ੍ਰੋਪਰ ਮਿਲ ਰਿਹਾ, ਜਾਂ ਸਾਨੂੰ ਡਰ ਲੱਗ ਰਿਹਾ ਕਿ ਪੇਪਰ ਹੋਏਗਾ ਕਲੀਅਰ ਜਾਂ ਨਹੀਂ ਹੋਏਗਾ, ਕਿਸ ਤਰ੍ਹਾਂ ਦਾ ਹੋਏਗਾ। ਬਹੁਤ ਸਾਰੀਆਂ ਗੱਲਾਂ ਦਿਮਾਗ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ। ਬਟ ਜੇ ਆਪਾਂ ਗੱਲ ਕਰੀਏ ਕਿ ਇਸ ਤਰ੍ਹਾਂ ਮਾਸਟਰ ਕੇਡਰ ਦਾ ਜੋ ਇੱਕ ਐਗਜ਼ਾਮ ਹੈ, ਕੀ ਤੁਸੀਂ ਇਸ ਨੂੰ ਕਰੈਕ ਕਰ ਪਾਓਗੇ? ਦੇਖੋ, ਮਾਸਟਰ ਕੇਡਰ ਨੂੰ ਕਲੀਅਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਆਪਣਾ ਫੋਕਸ ਕਿਸ ਚੀਜ਼ ਦੇ ਉੱਪਰ ਰੱਖੋਗੇ? ਆਪਣੀ ਮਕਸਦ ਦੇ ਉੱਪਰ। ਤੁਹਾਡਾ ਮਕਸਦ ਕੀ ਹੈ? ਤੁਸੀਂ ਕਿਉਂ ਇਸ ਪੇਪਰ ਨੂੰ ਕਲੀਅਰ ਕਰਨਾ ਚਾਹੁੰਦੇ ਹੋ? ਅੱਜ ਤੋਂ 5 ਈਅਰ ਬਾਅਦ ਤੁਹਾਨੂੰ ਲਾਈਫ ਕਿਸ ਤਰ੍ਹਾਂ ਦੀ ਚਾਹੀਦੀ ਹੈ? ਆਪਣੀ ਲਾਈਫ ਕਿਸ ਤਰ੍ਹਾਂ ਇਮੇਜਿਨ ਕਰਦੇ ਹੋ? ਆਪਣੇ ਅਰਾਊਂਡ ਇੱਕ ਵਾਰ ਦੇਖੋ, ਇਸ ਤਰ੍ਹਾਂ ਦੀ ਲਾਈਫ ਚਾਹੀਦੀ ਹੈ, ਜਾਂ ਤੁਹਾਡੇ ਕਾਫੀ ਸਾਰੇ ਸੁਪਨੇ, ਜਾਂ ਤੁਸੀਂ ਆਪਣੀ ਲਾਈਫ ਨੂੰ ਚੇਂਜ ਕਰਨਾ ਚਾਹੁੰਦੇ ਹੋ? ਇਹ 1 ਸਾਲ ਦੀ ਮਿਹਨਤ ਜੇ ਹੁਣ ਤੁਸੀਂ ਕਰ ਲਈ, ਦੈਨ ਤੁਹਾਡੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਆ ਜਾਣਗੀਆਂ ਐਂਡ ਤੁਹਾਡੀ ਲਾਈਫ ਸਟੇਬਲ ਹੋ ਸਕਦੀ ਹੈ। ਬਟ ਜੇ ਹੁਣ ਵੀ 1 ਸਾਲ, ਇਹ ਵਾਲਾ 1 ਸਾਲ ਵੀ ਤੁਸੀਂ ਆਰਾਮ ਕਰਦੇ ਰਹਿ ਗਏ, ਰੈਸਟ ਕਰਦੇ ਰਹਿ ਗਏ, ਘੁੰਮਦੇ ਫਿਰਦੇ ਰਹਿ ਗਏ, ਦੈਨ ਆਉਣ ਵਾਲਾ ਸਮਾਂ ਆਈ ਥਿੰਕ ਉਸ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਤਾਂ ਤੁਹਾਡਾ ਫੋਕਸ ਕਲੀਅਰ ਹੋਣਾ ਚਾਹੀਦਾ ਕਿ ਤੁਸੀਂ ਐਗਜ਼ਾਮ ਕਲੀਅਰ ਕਰਨਾ ਹੈ, ਕਿਉਂ ਕਰਨਾ ਹੈ, ਰੀਜ਼ਨ ਹੋਣਾ ਚਾਹੀਦਾ ਹੈ। ਮਕਸਦ ਕੀ ਹੈ ਤੁਹਾਡਾ? ਕਿਉਂ ਪੇਪਰ ਕਲੀਅਰ ਕਰ ਰਹੇ ਹੋ? ਕਾਫੀ ਸਾਰੀਆਂ ਚੀਜ਼ਾਂ ਚੇਂਜਸ ਕਰਨਾ ਚਾਹੁੰਦੇ ਹੋ? ਫੈਮਿਲੀ ਬੈਠੀ ਹੈ ਤੁਹਾਡੇ ਸਿਰ ਤੇ, ਹੈ ਨਾ, ਤੁਹਾਨੂੰ ਪੜ੍ਹਾਇਆ ਲਿਖਾਇਆ, ਹੁਣ ਆਪਾਂ ਇੰਨਾ ਪੈਸਾ ਵੇਸਟ ਕਰਕੇ ਇੱਥੇ ਤੱਕ ਪਹੁੰਚੇ ਆ। ਦੇਖੋ, ਅੱਜ ਇਸ ਟਾਈਮ ਤੁਹਾਡੇ ਕੋਲੇ 2 ਮੰਥ ਰਹਿ ਚੁੱਕੇ ਹੈ। ਐਟਲੀਸਟ ਮੈਂ 2 ਮੰਥ ਤੱਕ ਕਹਿ ਹੀ ਸਕਦਾ। ਮੈਂ ਇਹ ਨਹੀਂ ਬੋਲ ਰਿਹਾ ਕਿ 2 ਮੰਥ ਬਾਅਦ ਤੁਹਾਡਾ ਐਗਜ਼ਾਮ ਹੋ ਜਾਏਗਾ, ਬਟ ਆਪਾਂ ਇੱਕ ਪੀਰੀਅਡ ਤਾਂ ਰੱਖ ਸਕਦੇ ਨੇ ਕਿ ਹਾਂ 2 ਮੰਥ ਤੱਕ ਅਗਰ ਐਗਜ਼ਾਮ ਹੋ ਗਿਆ। ਦੇਖੋ, ਚਾਂਸਸ ਬਹੁਤ ਜ਼ਿਆਦਾ ਨਹੀਂ, ਅਗਰ ਮੈਂ 2% ਵੀ ਚਾਂਸਸ ਬੋਲ ਰਿਹਾ ਨਾ ਤਾਂ ਐਗਜ਼ਾਮ ਹੋ ਸਕਦਾ ਹੈ। ਕਾਫੀ ਜ਼ਿਆਦਾ ਚਾਂਸਸ ਹੋ ਜਾਂਦੇ ਆ, ਕਿਉਂਕਿ ਜੇ ਹੁਣ 2 ਮੰਥ ਦੇ ਵਿੱਚ ਤੁਸੀਂ ਵਧੀਆ ਪ੍ਰੈਪਰੇਸ਼ਨ ਕਰ ਲਈ ਹੈ ਤੇ ਤੁਹਾਡਾ ਐਗਜ਼ਾਮ ਕਲੀਅਰ ਹੋ ਗਿਆ ਤੇ ਤੁਸੀਂ ਆਪਣੀ ਲਾਈਫ ਚੇਂਜਸ ਦੇਖ ਸਕਦੇ ਹੋ ਕਿੰਨੇ ਹੋ ਸਕਦੇ ਨੇ। ਅਦਰਵਾਈਜ਼ ਜੇ ਹੁਣ ਇਹ ਵਾਲੀ ਓਪਰਚੁਨਿਟੀ ਤੁਸੀਂ ਨੇ ਮਿਸ ਕਰ ਦਿੱਤੀ, ਦੈਨ ਮੇ ਬੀ ਦੁਬਾਰਾ ਤੁਹਾਨੂੰ ਓਪਰਚੁਨਿਟੀ ਮਿਲੇ ਜਾਂ ਨਾ ਮਿਲੇ, ਕੁਝ ਨਹੀਂ ਕਹਿ ਸਕਦੇ। ਜੇ ਤੁਸੀਂ ਉਹ ਚੇਂਜਸ ਲੈ ਕੇ ਆਉਣ ਦੇ ਲਈ ਅੱਜ ਆਪਣੀ ਨੀਂਦ ਵੀ ਤੁਸੀਂ ਤਿਆਗ ਕਰ ਰਹੇ ਹੋ, ਦੈਨ ਆਈ ਥਿੰਕ ਬਹੁਤ ਹੀ ਇੱਕ ਛੋਟੀ ਜਿਹੀ ਚੀਜ਼ ਹੈ ਜੋ ਤੁਸੀਂ ਸੈਕਰੀਫਾਈਸ ਕਰ। ਦੇਖੋ, ਕੋਈ ਫਾਰਮੂਲਾ ਤਾਂ ਨਹੀਂ ਹੈ ਕਿ ਮੈਂ ਕੋਈ ਟ੍ਰਿਕ ਦੱਸ ਦੇਵਾਂ ਕਿ ਤੁਸੀਂ ਅਪਲਾਈ ਕਰੋਗੇ ਤੇ ਤੁਸੀਂ ਸਾਰੀਆਂ ਟੈਨਸ਼ਨਾਂ ਦੂਰ ਕਰ ਦਿਓਗੇ। ਇਸ ਤਰ੍ਹਾਂ ਦਾ ਤਾਂ ਕੁਝ ਨਹੀਂ ਹੁੰਦਾ। ਇੱਕ ਤਾਂ ਹੁੰਦਾ ਪੜ੍ਹਨਾ, ਇੱਕ ਹੁੰਦਾ ਇਫੈਕਟਿਵਲੀ ਪੜ੍ਹਨਾ। ਪੜ੍ਹਦੇ ਸਾਰੇ ਹੈ, ਪੜ੍ਹਦੇ ਤਾਂ ਸਾਰੇ ਹੈ। ਦੇਖੋ, ਆਈ ਥਿੰਕ 2017 ਤੋਂ ਪਹਿਲਾਂ ਐਗਜ਼ਾਮ ਹੋਇਆ ਸੀ, ਠੀਕ ਹੈ। ਉਸ ਤੋਂ ਬਾਅਦ ਕਾਫੀ ਸਾਰੇ ਕੈਂਡੀਡੇਟ ਐਲੀਜੀਬਲ ਹੋਏ ਤੇ ਇਸ ਦੀ ਪ੍ਰੈਪਰੇਸ਼ਨ ਦੇ ਵਿੱਚ ਜੁਟ ਰਹੇ ਆ। ਪ੍ਰੈਪਰੇਸ਼ਨ ਸਾਰੇ ਕਰ ਰਹੇ, ਪੜ੍ਹ ਸਾਰੇ ਰਹੇ ਆ, ਬਟ ਕੀ ਸਾਰਿਆਂ ਦਾ ਪੇਪਰ ਕਲੀਅਰ ਹੋਏਗਾ? ਨਹੀਂ। ਕਿਉਂ ਨਹੀਂ ਹੋਏਗਾ ਸਾਰਿਆਂ ਦਾ ਪੇਪਰ ਕਲੀਅਰ? ਕਿਉਂਕਿ ਤੁਹਾਨੂੰ ਪੜ੍ਹਨਾ ਪਏਗਾ ਇਫੈਕਟਿਵਲੀ। ਸਿਰਫ ਹਾਰਡ ਵਰਕ ਦੇ ਨਾਲ ਨਹੀਂ ਕੰਮ ਚੱਲੇਗਾ। ਹਾਰਡ ਵਰਕ ਤਾਂ ਬਹੁਤ ਸਾਰੇ ਲੋਕ ਕਰਦੇ, ਤੁਸੀਂ ਆਪਣੇ ਇਰਦ ਗਿਰਦ ਦੇਖ ਸਕਦੇ ਹੋ, ਹਾਰਡ ਵਰਕਰ ਬਹੁਤ ਜ਼ਿਆਦਾ ਹੁੰਦੇ ਆ, ਬਟ ਸਕਸੈਸਫੁਲ ਫਿਰ ਵੀ ਨਹੀਂ ਹੋ ਪਾਉਂਦੇ। ਉਸ ਦਾ ਰੀਜ਼ਨ ਇਹ ਹੈ ਕਿਉਂਕਿ ਸਿਰਫ ਹਾਰਡ ਵਰਕ ਨਾਲ ਕੁਝ ਨਹੀਂ ਹੋਏਗਾ। ਸਮਾਰਟ ਵਰਕ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਰਡ ਵਰਕ ਦੇ ਨਾਲ ਸਮਾਰਟ ਵਰਕ ਇੰਨਾ ਜ਼ਿਆਦਾ ਜ਼ਰੂਰੀ ਹੈ, ਜਿਵੇਂ ਮੈਥਮੈਟਿਕਸ ਦਾ ਕਿਸੇ ਐਗਜ਼ਾਮ ਦੇ ਵਿੱਚ ਕੁਐਸਚਨ ਸੋਲਵ ਕਰਨ ਦੇ ਲਈ ਤੁਹਾਨੂੰ ਟ੍ਰਿਕ ਜ਼ਰੂਰੀ ਹੁੰਦੀ ਹੈ, ਠੀਕ ਹੈ ਨਾ। ਤਾਂ ਜ਼ਰੂਰੀ ਹੈ ਕਿ ਪਹਿਲਾਂ ਤੁਸੀਂ ਆਪਣਾ ਫੋਕਸ ਕਲੀਅਰ ਕਰੋ ਕਿ ਤੁਸੀਂ ਪੇਪਰ ਕਲੀਅਰ ਕਿਉਂ ਕਰਨਾ ਚਾਹ ਰਹੇ ਹੋ। ਬਹੁਤ ਸਾਰੇ ਕੈਂਡੀਡੇਟ ਕਹਿੰਦੇ ਆ ਕਿ ਸਰ ਅੱਜ ਨਹੀਂ, ਅਸੀਂ ਕੱਲ੍ਹ ਤੋਂ ਸਟੱਡੀ ਸ਼ੁਰੂ ਕਰਾਂਗੇ, ਨਹੀਂ ਸਰ ਮੰਡੇ ਤੋਂ ਸ਼ੁਰੂ ਕਰਾਂਗੇ, ਸਰ ਅਸੀਂ 1 ਤਰੀਕ ਤੋਂ ਪੜ੍ਹਨਾ ਸਟਾਰਟ ਕਰਦੇ ਹਾਂ, ਉਹਨਾਂ ਟਾਈਮ ਅਸੀਂ ਚਲੋ ਰੈਸਟ ਵਗੈਰਾ ਕਰ ਲੈਂਦੇ, ਅਸੀਂ ਘੁੰਮ ਲੈਣੇ ਆ, ਸਾਡਾ ਮਾਈਂਡ ਸੈੱਟ ਹੋ ਜਾਊਗਾ। ਇਹ ਚੱਲਦਾ ਰਹੇਗਾ, ਇਹ ਹਮੇਸ਼ਾ ਚੱਲਦਾ ਰਹੇਗਾ। ਜਿਹੜਾ ਆਪਣੀ ਮਾਈਂਡ ਨੂੰ ਤੁਸੀਂ ਰਿਲੈਕਸੇਸ਼ਨ ਦੇਣਾ ਚਾਹੁੰਦੇ ਹੋ ਨਾ, ਇਹ ਆਫਟਰ ਜਦੋਂ ਤੁਸੀਂ ਐਗਜ਼ਾਮ ਕਲੀਅਰ ਕਰ ਲਿਆ ਨਾ, ਤਾਂ ਘਰ ਬੈਠੇ ਵੀ ਮਿਲ ਜਾਏਗਾ। ਜ਼ਰੂਰੀ ਨਹੀਂ ਹੈ ਤੁਹਾਨੂੰ ਬਾਹਰ ਜਾ ਕੇ ਹੀ ਰਿਲੈਕਸੇਸ਼ਨ ਮਿਲੇਗੀ। ਤੁਹਾਨੂੰ ਇਹ ਰਿਲੈਕਸੇਸ਼ਨ ਘਰ ਬੈਠੇ ਮਿਲ ਸਕਦੀ ਹੈ ਅਗਰ ਤੁਹਾਡਾ ਐਗਜ਼ਾਮ ਕਲੀਅਰ ਹੋ ਜਾਂਦਾ। ਉਸ ਦੇ ਲਈ ਕੀ ਕਰੋਗੇ? ਪ੍ਰੈਪਰੇਸ਼ਨ ਕਰੋਗੇ। ਆਪਣਾ ਫੋਕਸ ਕਰ ਲਓ ਕਿ ਅੱਜ ਤੋਂ 2 ਮੰਥ ਦੇ ਵਿੱਚ ਤੁਸੀਂ ਆਪਣਾ ਲਾਈਫ ਦੇ ਵਿੱਚ ਕਿਵੇਂ ਚੇਂਜਸ ਲੈ ਕੇ ਆਉਣੇ ਆ, ਜਸਟ ਇੱਕ ਐਗਜ਼ਾਮ ਕਲੀਅਰ ਕਰਨ ਦੇ ਲਈ। ਕਿਉਂਕਿ ਦੇਖੋ, ਇੱਕ ਐਗਜ਼ਾਮ ਹੀ ਹੈ, ਜਸਟ ਇਹ ਕਲੀਅਰ ਕਰ ਲਿਆ ਤਾਂ ਤੁਹਾਡੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਆ ਸਕਦੀਆਂ ਨੇ, ਠੀਕ ਹੈ। ਜੇ ਤੁਸੀਂ ਸਟੱਡੀ ਸ਼ੁਰੂ ਕਰਨਾ ਚਾਹੁੰਦੇ ਹੋ, 2 ਮੰਥ ਰਹਿ ਚੁੱਕੇ ਨੇ, ਤਾਂ ਅੱਜ ਹੀ ਸਟਾਰਟ ਕਰਨਾ ਪਏਗਾ। ਇਸ ਦੇ ਲਈ ਕੋਈ ਤੁਹਾਨੂੰ ਬਾਹਰੋਂ ਆ ਕੇ ਨਹੀਂ ਕਹੇਗਾ ਕਿ ਹਾਂ ਹੁਣ ਤੁਸੀਂ ਰਿਲੈਕਸ ਹੋ ਗਏ ਹੋ, ਹੁਣ ਤੁਸੀਂ ਰੈਸਟ ਕਰ ਲਈ ਹੈ, ਤੁਹਾਡਾ ਘੁੰਮਣਾ ਫਿਰਨਾ ਹੋ ਗਿਆ ਹੈ ਕਿ ਹੁਣ ਤੁਸੀਂ ਸਟਾਰਟ ਕਰ ਲਓ। ਨਹੀਂ,
ਤੁਹਾਨੂੰ ਖੁਦ ਸੋਚਣਾ ਪਏਗਾ ਕਿ ਤੁਸੀਂ ਅੱਜ ਜੇ ਸਟਾਰਟ ਕਰੋਗੇ ਦੈਨ ਮੇਬੀ ਤੁਹਾਡਾ ਇੱਕ ਮਿੰਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਤੁਸੀਂ ਆਪਣਾ ਟਾਈਮ ਪਤਾ ਨਹੀਂ ਕਿੰਨਾ ਵੇਸਟ ਕਰ ਦਿੰਦੇ ਆਪਾਂ ਇੱਕ ਦਿਨ ਦੇ ਵਿੱਚ, ਪੂਰੇ 24 ਆਵਰਸ ਦੇ ਵਿੱਚ ਪਤਾ ਨਹੀਂ ਤੁਸੀਂ ਕਿੰਨੇ ਆਵਰਸ ਆਪਾਂ ਕਿੱਥੇ ਵੇਸਟ ਕਰਦੇ ਆ। ਗੇਮਿੰਗਸ ਦੇ ਵਿੱਚ, ਗੱਲਾਂ ਬਾਤਾਂ ਦੇ ਵਿੱਚ, ਫਰੈਂਡਸ ਨਾਲ ਘੁੰਮਣਾ, ਗੱਲਾਂ ਬਾਤਾਂ ਕਰਨੀਆਂ, ਚੈਟਿੰਗ ਕਰਨੀ, ਪਤਾ ਨਹੀਂ ਕੀ ਮੂਵੀਜ਼ ਦੇਖ ਲਈਆਂ, ਗੇਮ ਖੇਡ ਲਈ, ਇਸ ਤਰ੍ਹਾਂ ਇਹ ਚੱਲਦਾ ਰਹੇਗਾ। ਇਸ ਨੂੰ ਤੁਹਾਨੂੰ ਸਾਰਾ ਚੀਜ਼ਾਂ ਇਹ ਸੈਕਰੀਫਾਈਸ ਕਰਕੇ ਨਾ ਆਪਣੀ ਫੋਕਸ ਦੇ ਉੱਪਰ ਹੀ ਸਾਰੀ ਕੰਸੈਂਟਰੇਸ਼ਨ ਲਗਾਉਣੀ ਪਏਗੀ। ਆਪਣਾ ਗੋਲ ਦੇਖੋ, ਗੋਲ ਨੂੰ ਪਹਿਲਾਂ ਨਿਰਧਾਰਿਤ ਕਰੋ ਕੀ ਹੈ, ਕਿਉਂ ਕਲੀਅਰ ਕਰਨਾ ਚਾਹ ਰਹੇ ਹੋ ਪੇਪਰ ਨੂੰ। ਅਗਰ ਪੇਪਰ ਨਾ ਕਲੀਅਰ ਹੋਇਆ ਤਾਂ ਸੋਚੋ ਲਾਈਫ, ਅਗਰ ਕਲੀਅਰ ਹੋ ਗਿਆ ਤਾਂ ਤੁਸੀਂ ਸੋਚ ਸਕਦੇ ਹੋ ਤੁਹਾਡੀ ਲਾਈਫ 'ਚ ਕੀ ਚੇਂਜਸ ਆ ਸਕਦੇ ਨੇ। ਟਾਈਮ ਮੈਨੇਜਮੈਂਟ ਬਹੁਤ ਜ਼ਿਆਦਾ ਜ਼ਰੂਰੀ ਹੈ। ਟਾਈਮ ਨੂੰ ਮੈਨੇਜ ਕਰਨਾ ਸਿੱਖੋ। ਤੁਹਾਡੇ ਕੋਲੇ ਇੱਕ ਦਿਨ ਦੇ ਵਿੱਚ ਜੇ ਤੁਸੀਂ 10 ਘੰਟੇ ਵੀ ਆਪਣੇ ਆਪ ਨੂੰ ਦੇ ਰਹੇ ਹੋ, ਮੈਂ ਤੁਹਾਨੂੰ ਚੈਲੰਜ ਕਰ ਰਿਹਾ, ਕੀ ਤੁਸੀਂ ਆਪਣੇ ਆਪ ਨੂੰ 10 ਘੰਟੇ ਵੀ ਨਹੀਂ ਦੇ ਸਕਦੇ? ਕੀ ਤੁਸੀਂ ਮੇਰੇ ਲਈ ਪੜ੍ਹੋਗੇ? ਕੀ ਤੁਸੀਂ ਕਿਸੇ ਹੋਰ ਲਈ, ਆਪਣੇ ਕਿਸੇ ਫਰੈਂਡ ਦੇ ਲਈ ਪੜ੍ਹ ਰਹੇ ਹੋ ਜਾਂ ਰਿਲੇਟਿਵਸ ਲਈ ਪੜ੍ਹ ਰਹੇ ਹੋ? ਨਹੀਂ, ਤੁਸੀਂ ਖੁਦ ਲਈ ਪੜ੍ਹਨਾ ਹੈ। ਕਿਉਂ ਚੈਲੰਜ ਕਰ ਰਹੇ ਆਪਾਂ ਇੱਕ ਦੂਸਰੇ ਨੂੰ ਕਿ ਤੁਸੀਂ ਖੁਦ ਲਈ ਆਪਣੀ 10 ਘੰਟੇ ਵੀ ਨਹੀਂ ਕੱਢ ਸਕਦੇ ਤਾਂ ਕਿ ਤੁਹਾਡਾ ਫਿਊਚਰ ਸਿਕਿਉਰ ਹੋ ਜਾਵੇ, ਤਾਂ ਕਿ ਤੁਸੀਂ ਫਿਊਚਰ ਦੇ ਵਿੱਚ ਸਟੇਬਲ ਹੋ ਜਾਵੋ, ਤੁਹਾਡੇ ਸੁਪਨੇ ਪੂਰੇ ਹੋ ਸਕਣ, ਤੁਹਾਡਾ ਆਉਣ ਵਾਲੀ ਫਿਊਚਰ ਤੁਹਾਡਾ ਵਧੀਆ ਹੋ ਸਕਦਾ ਹੈ। ਕਿਉਂ? ਤੁਹਾਡੇ ਲਈ ਚੈਲੰਜ ਮੈਂ ਤੁਹਾਨੂੰ ਕਰ ਰਿਹਾ ਕਿ ਤੁਸੀਂ ਆਪਣੇ ਆਪ ਨੂੰ 10 ਘੰਟੇ ਦੇਣੇ ਆ। ਕਿਵੇਂ ਦੇਣੇ ਆ ਸੋਚੋ, ਆਪਣਾ ਟਾਈਮ ਮੈਨੇਜ ਕਰੋ। ਦੇਖੋ, ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ, ਇਹ ਪੇਪਰ ਆਪਾਂ ਕਲੀਅਰ ਕਰਨ ਦੇ ਲਈ ਪੜ੍ਹ ਰਹੇ ਹਾਂ, ਕੋਈ ਦਿਲ ਲਾਉਣ ਦੇ ਲਈ ਨਹੀਂ ਕਰ ਰਹੇ। ਬਹੁਤ ਸਾਰੇ ਕੈਂਡੀਡੇਟ ਬੋਲਦੇ ਆ ਸਰ ਦਿਲ ਨਹੀਂ ਕਰਦਾ ਪੜ੍ਹਨ ਦੇ ਲਈ। ਦਿਲ ਲਗਾਉਣ ਦੇ ਲਈ ਨਹੀਂ ਪੜ੍ਹ ਰਹੇ ਤੁਸੀਂ ਤੁਹਾਡਾ ਮਕਸਦ ਹੈ ਪੇਪਰ ਕਲੀਅਰ ਕਰਨਾ ਹੈ। ਭਾਣੇ ਪੇਪਰ ਕਲੀਅਰ ਹੁਣ ਚਾਂਸ ਹੈ, ਹੁਣ ਓਪਰਚੁਨਿਟੀ ਮਿਲੀ ਹੈ, ਬਾਰ-ਬਾਰ ਨਹੀਂ ਮਿਲੇਗੀ। ਹਰ ਵਾਰ ਦੀ ਤਰ੍ਹਾਂ ਆਪਾਂ ਨੂੰ ਓਪਰਚੁਨਿਟੀ ਨਹੀਂ ਮਿਲਦੀ ਰਹੇਗੀ, ਨਾ ਹੀ ਆਪਣੇ ਕੋਲ ਇੰਨਾ ਟਾਈਮ ਹੋਏਗਾ। ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਹਾਡੇ ਕੋਲ ਟਾਈਮ ਹੀ ਨਾ ਹੋਵੇ ਪੇਪਰ ਦੇਣ ਦੇ ਲਈ। ਜੇ ਆਪਾਂ ਹੁਣ ਪੇਪਰ ਨਾ ਦੇ ਤਾਂ ਆਈ ਥਿੰਕ ਦੁਬਾਰਾ ਆਪਾਂ ਨੂੰ ਚਾਂਸ ਮਿਲੇ ਨਾ ਮਿਲੇ ਕੁਝ ਨਹੀਂ ਕਹਿ ਸਕਦੇ। ਹੁਣ ਆਪਾਂ ਨੂੰ ਓਪਰਚੁਨਿਟੀ ਮਿਲੀ ਹੈ, ਆਈ ਥਿੰਕ ਪੇਪਰ ਆਪਾਂ ਨੂੰ ਇਸ ਤਰੀਕੇ ਨਾਲ ਦੇਣਾ ਚਾਹੀਦਾ ਹੈ। ਜੇ ਆਪਾਂ ਅਟੈਂਪਟ ਕਰ ਰਹੇ ਹਾਂ ਤਾਂ ਫਸਟ ਅਟੈਂਪਟ ਦੇ ਵਿੱਚ ਹੋਣਾ ਚਾਹੀਦਾ। ਜੇ ਤੁਸੀਂ ਸੈਕਿੰਡ ਟਾਈਮ ਦੇ ਰਹੇ ਹੋ ਤਾਂ ਫਿਰ ਥਰਡ ਨਹੀਂ ਹੋਣੀ ਚਾਹੀਦੀ, ਕਿਉਂਕਿ ਹੁਣ ਹੋ ਗਿਆ, ਹੁਣ ਆ ਗਏ, ਹੁਣ ਮਿਲ ਰਹੀ ਓਪਰਚੁਨਿਟੀ। ਬਾਰ-ਬਾਰ ਇੱਥੇ ਗਵਰਨਮੈਂਟ ਐਗਜ਼ਾਮ ਨਹੀਂ ਲੈਂਦੀ ਕਿ ਆਪਣਾ ਮਾਸਟਰ ਕਿੰਨੇ ਸਾਲ ਬਾਅਦ ਹੋ ਰਿਹਾ, ਆਈ ਥਿੰਕ 3 ਈਅਰ ਬਾਅਦ ਹੋ ਰਿਹਾ ਪੇਪਰ। ਦੈਨ ਹੁਣ ਓਪਰਚੁਨਿਟੀ ਹੈ, ਜੇ ਕਰ ਲਿਆ ਪੇਪਰ ਕਲੀਅਰ ਤਾਂ ਸਮਝੋ ਲਾਈਫ ਚੇਂਜ ਹੋ ਜਾਏਗੀ। ਆਈ ਥਿੰਕ ਪਹਿਲਾਂ ਸੁਣੀ ਹੋਏਗੀ ਇੱਕ ਗੱਲ ਬਹੁਤ ਵਧੀਆ ਹੈ, ਕਹਿੰਦੇ ਜੇ ਤੁਸੀਂ ਆਪਣੇ ਸੁਪਨਿਆਂ ਨੂੰ ਜਿੰਨਾ ਟਾਈਮ ਤੁਸੀਂ ਜਨੂਨ ਨਹੀਂ ਨਾ ਬਣਾ ਲੈਂਦੇ, ਉਹਨਾਂ ਟਾਈਮ ਇਨਸਾਨ ਸਕਸੈਸਫੁਲ ਨਹੀਂ ਹੁੰਦਾ। ਤਾਂ ਆਪਣੇ ਸੁਪਨੇ ਅੱਖਾਂ 'ਚ ਨਹੀਂ ਰੱਖਣੇ, ਆਪਣੇ ਦਿਲ 'ਚ ਨਹੀਂ ਰੱਖਣੇ। ਉਹਨਾਂ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੂੰ ਜਨੂਨ ਬਣਾਉਣਾ ਪੈਣਾ, ਉਸ ਤਰੀਕੇ ਨਾਲ ਪੜ੍ਹਨਾ ਪੈਣਾ, ਉਸ ਤਰੀਕੇ ਨਾਲ ਹਾਰਡ ਵਰਕ, ਸਮਾਰਟ ਵਰਕ ਕਰਨਾ ਪੈਣਾ। ਫਿਰ ਕਿਤੇ ਜਾ ਕੇ ਇਨਸਾਨ ਸਕਸੈਸਫੁਲ ਹੋਵੇਗਾ। ਕਿ ਇੱਕ ਮੰਥ ਮੈਥ, ਇੱਕ ਮੰਥ ਫਿਜ਼ਿਕਸ, ਇੱਕ ਮੰਥ ਕੈਮਿਸਟਰੀ, ਇਸ ਤਰ੍ਹਾਂ ਨਹੀਂ, ਪੈਰਲਲ ਚੱਲਣਾ ਪਏਗਾ ਤਾਂ ਕਿਤੇ ਜਾ ਕੇ ਪੇਪਰ ਕਲੀਅਰ ਕਰਾਂਗੇ। ਅਦਰਵਾਈਜ਼ ਜੇ ਤੁਸੀਂ ਹੁਣ ਮੈਥ ਕਰ ਰਹੇ ਹੋ 2 ਮੰਥ ਬਾਅਦ ਤਾਂ ਫਿਰ ਸਾਰੀ ਸਕਿਪ ਹੋ ਜਾਏਗਾ, ਉਸਦਾ ਤਾਂ ਕੋਈ ਫਾਇਦਾ ਨਹੀਂ ਹੈ। ਟਾਈਮ ਮੈਨੇਜਮੈਂਟ ਕਰਨਾ ਪਏਗਾ। ਟਾਈਮ ਮੈਨੇਜਮੈਂਟ ਕਿਵੇਂ ਕਰਾਂਗੇ? ਦੇਖੋ, ਟਾਈਮ ਮੈਨੇਜਮੈਂਟ ਕਰਨ ਦੇ ਲਈ ਆਪਾਂ ਕੀ ਕਰ ਸਕਦੇ ਹਾਂ, ਸ਼ਡਿਊਲ ਬਣਾਓ। ਟਾਈਮ ਟੇਬਲ ਨਹੀਂ ਬਣਾਉਣਾ, ਕੰਟੈਂਟ ਟੇਬਲ ਬਣਾਓ। ਕੰਟੈਂਟ ਟੇਬਲ ਦਾ ਮਤਲਬ ਕੀ ਹੈ? ਆਪਣੇ ਟੌਪਿਕ ਲਿਖੋ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਜਿੰਨਾ ਵੀ ਸਿਲੇਬਸ ਹੈ ਨਾ ਮਾਸਟਰ ਦਾ, ਸਾਰੇ ਨੂੰ ਪਹਿਲਾਂ ਪ੍ਰਿੰਟ ਕਰਾਓ। ਫਿਜ਼ਿਕਸ, ਕੈਮਿਸਟਰੀ, ਮੈਥ ਦੀ ਮੈਂ ਐਗਜ਼ਾਮਪਲ ਲੈ ਰਿਹਾ, ਆਪਾਂ 3 ਸਬਜੈਕਟ ਨੂੰ ਲਿਆ, ਚੂਜ਼ ਕੀਤਾ ਕਿ ਆਪਾਂ 3 ਸਬਜੈਕਟ ਦਾ ਐਗਜ਼ਾਮ ਦੇਣਾ। ਤਿੰਨਾਂ ਦਾ ਪਹਿਲਾਂ ਕੰਟੈਂਟ ਟੇਬਲ ਲਿਖਿਆ ਕਿ ਹਾਂ ਆਪਾਂ ਨੇ 1 ਮੰਥ ਦੇ ਵਿੱਚ ਕਿੰਨਾ ਕਵਰ ਕਰਨਾ। ਚਲੋ 1 ਮੰਥ ਦਾ ਨਾ ਬਣਾਓ, ਤੁਸੀਂ ਡੇ ਬਾਈ ਡੇ ਬਣਾਓ। ਡੇ ਬਾਈ ਡੇ ਕੀ ਫਾਇਦਾ ਹੋਏਗਾ ਤੁਹਾਨੂੰ? ਜੇ ਤੁਸੀਂ ਅੱਜ ਮੰਨ ਲਓ ਤੁਸੀਂ ਨੇ ਹਰ ਇੱਕ ਸਬਜੈਕਟ ਦੇ 2-2 ਚੈਪਟਰ ਕੀਤੇ, ਦੈਨ ਕੋਸ਼ਿਸ਼ ਕਰੋ ਨੈਕਸਟ ਡੇ 3-3 ਕਰਨ ਦੀ ਕੋਸ਼ਿਸ਼ ਕਰੋ। 3 ਨਹੀਂ ਤਾਂ ਉਸ ਤੋਂ ਪਹਿਲਾਂ ਵਾਲੇ ਦਿਨ ਜੋ ਆਪਣਾ ਪ੍ਰੀਵੀਅਸ ਡੇ ਹੈ ਨਾ, ਉਸ ਤੋਂ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਫਿਰ ਹੋਏਗਾ ਕਿਤੇ ਜਾ ਕੇ ਇਹ ਨਹੀਂ ਹੈ ਕਿ ਹਾਂ ਅੱਜ ਆਪਾਂ ਨੇ ਸੋਚਿਆ ਸੀ ਕਿ 3 ਟੌਪਿਕ ਮੈਂ ਇਹਨੇ ਅੱਜ ਕਵਰ ਕਰਨੇ, ਮੈंने ਕਰ ਲਏ ਤਾਂ ਉਸ ਤੋਂ ਬਾਅਦ ਰੈਸਟ ਕਰਾਂਗੇ। ਨਹੀਂ, ਆਪਣੀ ਜੋ ਲਿਮਿਟ ਹੈ ਨਾ ਉਸ ਤੋਂ ਬਾਹਰ ਜਾਓ, ਉਸ ਤੋਂ ਬਿਯੋਂਡ ਅੱਗੇ ਕੰਮ ਕਰਕੇ ਦੇਖੋ ਕਿਵੇਂ ਕੰਮ ਕਰ ਸਕਦੇ ਹੋ। ਆਪਣੀ ਲਿਮਿਟ ਨੂੰ ਤੁਸੀਂ ਆਪਣੇ ਆਪ ਨੂੰ ਲਿਮਿਟ ਨਾ ਕਰੋ। ਆਪਾਂ ਆਪਣੇ ਆਪ ਨੂੰ ਲਿਮਿਟਡ ਕਰ ਦਿੰਦੇ ਆ ਕਿ ਹਾਂ ਆਪਾਂ ਇਸ ਤੋਂ ਜ਼ਿਆਦਾ ਕੰਮ ਨਹੀਂ ਕਰ ਸਕਦੇ। ਹਾਂਜੀ ਸਰ, ਮੈਂ 6 ਘੰਟੇ ਦੀ ਨੀਂਦ ਚਾਹੀਦੀ ਹੈ ਮੈਨੂੰ, ਤਾਂ ਮੈਂ 6 ਘੰਟੇ ਹੀ ਸੌਣਾ। ਜੇ ਮੈਂ ਉਸ ਤੋਂ ਘੱਟ ਸੁੱਤਾ ਤਾਂ ਫਿਰ ਮੇਰੇ ਤੋਂ ਕੰਮ ਨਹੀਂ ਹੋਣਾ। ਇਹ ਜਸਟ ਗੱਲਾਂ ਨੇ, ਇਸ ਤਰ੍ਹਾਂ ਕੁਝ ਨਹੀਂ ਹੁੰਦਾ। ਕਿਸੇ ਟਾਈਮ ਅਗਰ ਤੁਹਾਨੂੰ ਟਾਈਮ ਨਾ ਮਿਲੇ ਨਾ, ਜੇ ਤੁਸੀਂ ਆਪਣੇ ਇੰਨਾ ਪੈਸ਼ਨੇਟ ਹੋ ਆਪਣੀ ਸਟੱਡੀ ਦੇ ਰਿਲੇਟਡ, ਤਾਂ ਮੇਬੀ ਤੁਹਾਨੂੰ ਟਾਈਮ ਹੀ ਨਾ ਮਿਲੇ ਸੌਣ ਦਾ। ਬਹੁਤ ਸਾਰੇ ਇਵਨ ਕਾਫੀ ਐਗਜ਼ਾਮ ਦਾ ਟਾਈਮ ਆਇਆ ਹੈ ਨਾ, ਕਈ ਵਾਰੀ ਟਾਈਮ ਹੀ ਨਹੀਂ ਲੱਗਦਾ ਸੌਣ ਦਾ। ਨਹੀਂ ਪਤਾ ਲੱਗਦਾ ਕਿ 1 ਵਜੇ ਜਾਂ 2 ਵਜੇ ਜਾਂ 3 ਵਜੇ, ਨਹੀਂ ਪਤਾ ਲੱਗਦਾ। ਅਗਰ ਤੁਹਾਡਾ ਦਿਮਾਗ ਸਿਰਫ ਤੁਹਾਡੀ ਕੰਸੈਂਟਰੇਸ਼ਨ ਸਟੱਡੀ ਦੇ ਉੱਪਰ ਹੈ ਨਾ, ਤਾਂ ਤੁਹਾਨੂੰ ਟਾਈਮ ਨਹੀਂ ਪਤਾ ਲੱਗੇਗਾ ਕਿ 1 ਵਜ ਰਿਹਾ ਜਾਂ 2 ਵਜ ਰਿਹਾ। ਕਈ ਵਾਰ ਪੇਰੈਂਟਸ ਦੱਸਦੇ ਹੁੰਦੇ ਆ ਕਿ ਸੌ ਜਾਓ ਹੁਣ, 2 ਵਜ ਗਏ, 3 ਵਜ ਗਏ, ਨਹੀਂ ਪਤਾ ਲੱਗਦਾ। ਇਹ ਚੀਜ਼ ਹੈ, ਜੇ ਤੁਹਾਡਾ ਫੋਕਸ ਕਲੀਅਰ ਹੈ ਕਿ ਹਾਂ ਆਪਾਂ ਨੇ ਸਟੱਡੀ ਕਰਨੀ ਹੈ, ਪੇਪਰ ਕਲੀਅਰ ਕਰਨਾ ਹੈ, ਕੁਝ ਵੀ ਹੋ ਜਾਵੇ, ਸਾਰਾ ਕੁਝ ਆਪਣੇ ਲਈ ਸੈਕਰੀਫਾਈਸ ਕਰ ਸਕਦੇ ਆਪਾਂ, ਤਾਂ ਹੋ ਜਾਏਗਾ। ਅਦਰਵਾਈਜ਼ ਫਿਰ ਨਹੀਂ, ਗੱਲਾਂ ਤਾਂ ਸਾਰੇ ਕਰ ਲੈਂਦੇ ਆ।
गलत आप भी कर लवांगे कि हाँ इस तरह कर लवांगे, मैं इस तरह कर दूंगा, पेपर क्लीयर हो जाएगा, मैं स्टडी करूंगा, मैं 2 मंथ पेपर क्लीयर कर लूंगा या 3 मंथ पेपर, इस तरह नहीं है। आपको करना पएगा, अज ही करना पएगा। अज शुरू करोगे तो कल जाके प्रिपरेशन होएगी, कल तो शुरू करोगे फिर कल ही तो पेपर। इस तरह मान लो ना, जे अज प्रिपरेशन शुरू करांगे तो अपना कल पेपर क्लीयर होएगा। मिनिमम 10 to 12 आवर स्टडी बहुत ज्यादा जरूरी है। 10 to 12 आवर मिनिमम बोल रहे हैं मैं, मैक्सिमम नहीं बोल रहा। सर ਅਸੀਂ 10 आवर कित्थों कड्डांगे? फिर थोड़ा मोटिव की है, पेपर क्लीयर करना, उसके लिए कढ़ना पएगा, सारा कुछ सैक्रीफाइस करना पएगा। फोन्स चलो मैं मानदा कि फोन्स के उपर आई थिंक थोड़ी स्टडी काफ़ी ज़्यादा, क्योंकि हम सारे इंस्टीट्यूट क्लोज ने, ठीक है, अंदर बाहर जाना औखा है, तो आप घर बैठे स्टडी कर रहे हैं। बहुत वधिया सोर्स है थोड़े को यूट्यूब एंड होर भी आई थिंक जे हो मटीरियल थोड़े को, दैन उसकी हैल्प लैके तुसीं बहुत वधिया प्रैपरेशन कर सकते हो। बट इसका मतलब ये नहीं है आप फोन यूज़ कर रहे हैं दैन आई थिंक फेसबुक खोली फेसबुक चला रहे हैं, इंस्टा खोलिया इंस्टा चला रहे हैं, या कुछ गेम खेल रहे हैं, पबजी खेल रहे हैं, कुछ भी है चलता रहेगा। ये सारिया चीज़ों साइड पर करना पएगा। 2 मंथ लिए इन्होंने चीज़ों साइड के उपर करो ताकि थोड़ी प्रैपरेशन वधिया हो सके, अदरवाइज पॉसीबल नहीं है। ਆਪਾਂ ਨੂੰ हैबिट बनानी पैनी है कि आप काम किवें करना है। हर रोज़ की हैबिट एक दिन च नहीं बनती, हैबिट आप डे बाय डे बनानी पएगी। अज तुसीं 3 घंटे पढ़ रहे हो तो कोशिश करो कल नूं 3.5 घंटे, अज 4 है तो कल नूं 4.5, 5, 5.5, 6, 6.5, इस तरह इसनूं टाइम नूं अपना वधाओ। किवें तुसीं पढ़ना है, ठीक है ना। हुण जिम लगा रहे हो, ठीक है, बट जिम हुण आपां नूं कुछ नहीं देगी जे अपना फ्यूचर ही सिक्योर नहीं। आई थिंक ये वो वाला टाइम है हुण इस उम्र दे विच जां इस एज दे विच सिर्फ आपां नूं किस दी फिक्र हुंदी अपने फ्यूचर दी। जे हुण फ्यूचर सिक्योर ना कर पाए, जे हुण आपां 2-3 साल मेहनत ना कीती तो आने वाले टाइम दे विच आपां नूं पूरा टाइम मेहनत ही करनी पेगी, हार्ड वर्क ही करते रह जावांगे। बट जे हुण 2-3 साल जो अपने कोल रह गए आ, जे हुण मेहनत हो गई तो आने वाला टाइम थोड़ा बहुत वधिया लगेगा। तो कोशिश करो कि हुण प्रैपरेशन अपनी स्टार्ट करो, बहुत वधिया कंटेंट टेबल बनाओ। टाइम टेबल ना बनाओ कि सर हाँ जी अज असीं 2 घंटे पढ़ांगे, अज असीं 3 घंटे पढ़ांगे, ना इस तरह नहीं करना। अपना कंटेंट टेबल बनाओ, कंटेंट टेबल लिखो, टॉपिक लिखो, ये टॉपिक हो गया टिक लगाओ, ये टॉपिक हो गया टिक लगाओ, टॉपिक पूरे करो। जे एक दिन के टॉपिक पूरे कर लए यार तो कोशिश करो उस तो बाद फिर नेक्स्ट टॉपिक भी शुरू करो। ये नहीं है कि काम पूरा हो गया तो उस तो बाद रेस्ट नहीं। कोई स्कूल का काम नहीं कर रहे आप, अपनी फ्यूचर लिए तुसीं कुछ कर रहे हो, फ्यूचर लिए सोच के तुसीं पढ़ रहे हो, दैन फिर सारा कुछ साइड पर करना पड़ेगा। नींद भी त्यागनी पड़ेगी, ठीक है ना। नींद कुछ नहीं देगी, जो 2 ਤੋਂ 3 घंटे भी तुसीं नींद लै रहे हो ना तो सफिशिएंट है। अपना लिख लो, मैं चैलेंज कर रहा थोनों कि तुसीं 10 घंटे अपने लिए टाइम कढ़ सकते हो, सिर्फ अपने लिए, मेरे लिए नहीं, किसी लिए नहीं, अपने लिए। जे तुसीं अपने लिए टाइम कढ़ रहे हो ना 10 घंटे, समझो तुसीं अज नहीं तो कल सक्सैसफुल हो जाओ। अपना एम बनाओ, कंटेंट टेबल बनाओ, ठीक है, टाइम मैनेजमेंट करो अपनी सही तरीके नाल, ठीक है, तो स्टडी करो। ओके बाय, थैंक यू।